हेलो व्यूअर्स, वेलकम टू माय नेक्स्ट वीडियो। आज की वीडियो रहेगी शॉर्ट नोट्स पार्ट 2 फ्रॉम द गाइड बाय आर के नारायण। शॉर्ट नोट्स पार्ट 2 पहला ही जो असी पार्ट 1 ਦੇ ਵਿੱਚ शॉर्ट नोट्स डिस्कस कर चुके हैं। डायरैक्टली बुक तो ही कर रहे हैं, सिर्फ इंपॉर्टेंट शॉर्ट नोट्स डिस्कस करांगे। कमेंट ऑन रोजीज मैरिज टू मार्को। The Rosie was a daughter of a temple Devadasi. The Rosie सी किन्ना दी बेटी देवदासी दी बेटी सी. Her life was planned by her mother. She was educated and had a master degree in economics. तो उन्होंने मास्टर डिग्री MA इकोनॉमिक्स की हुई सी. Rosie did not want to end up as a dancer in the temple. ਤਾਂ ਰੋਜ਼ੀ ਨਹੀਂ ਚਾਹੁੰਦੀ ਸੀ ਉਹਦੀ ਜ਼ਿੰਦਗੀ ਇੱਕ ਐਜ਼ ਅ ਡਾਂਸਰ ਰਹੇ. She responded to a matrimonial advertisement seeking a match, a good-looking and educated match for a rich bachelor of academic interest. ਤਾਂ ਉਹਨੇ ਇੱਕ ਵਾਰੀ ਐਡ ਦੇਖੀ ਕਿ ਇੱਕ ਰਿਚ ਲੜਕਾ, ਗੁੱਡ ਲੁਕਿੰਗ ਤੇ ਐਜੂਕੇਟਡ ਲੜਕਾ ਜੋ ਬਹੁਤ ਪੜ੍ਹਿਆ ਲਿਖਿਆ ਹੈ ਉਹਦੇ ਲਈ ਮੈਚ ਚਾਹੀਦਾ ਹੈ. The ad stated there was no caste restriction. ਤੇ ਉੱਥੇ ਲਿਖਿਆ ਹੋਇਆ ਸੀ ਕਿ ਕੋਈ ਵੀ ਕਾਸਟ ਦੀ ਪ੍ਰੋਬਲਮ ਨਹੀਂ ਹੈ. Looks ਐਂਡ ਯੂਨੀਵਰਸਿਟੀ ਡਿਗਰੀ ਵਰ ਅਸੈਂਸ਼ੀਅਲ ਫॉर द ਮੈਰਿਜ. ਮਤਲਬ ਅੱਛੀਆਂ ਲੁੱਕਸ ਹੋਣ ਅਤੇ ਡਿਗਰੀ ਅੱਛੀ ਹੋਵੇ ਤਾਂ ਉਹਦੇ ਲਈ ਉਹ ਮੈਰਿਜ ਉਸ ਲੜਕੀ ਨਾਲ ਕਰ ਲੇਗਾ. ਤਾਂ ਇਸ ਤਰੀਕੇ ਨਾਲ ਇਹਨਾਂ ਕੰਡੀਸ਼ਨ ਦੇ ਵਿੱਚ ਜੋ ਰੋਜ਼ੀ ਨੇ ਇਹ ਸੋਚਿਆ ਕਿ ਸ਼ੀ ਵਿਲ ਗਿਵ ਅਪ ਹਰ ਟ੍ਰਡੀਸ਼ਨਲ ਆਰਟ ਆਫ ਡਾਂਸਿੰਗ. ਤਾਂ ਮਾਰਕੋ ਵਾਜ਼ ਅ ਮੈਨ ਆਫ ਹਾਈ ਸੋਸ਼ਲ ਸਟੈਂਡਿੰਗ. ਹੀ ਵਾਜ਼ ਇੰਟਰਸਟਿਡ ਇਨ ਆਰਕੀਓਲੋਜੀ ਐਂਡ ਆਰਟ. ਉਹਦਾ ਇੰਟਰਸਟ ਕੀ ਸੀ? ਪੁਰਾਣੀਆਂ ਚੀਜ਼ਾਂ ਨੂੰ ਜੋ ਹੈ ਉਹਨਾਂ 'ਤੇ ਰਿਸਰਚ ਕਰਨਾ. ਤਾਂ ਮਾਰਕੋ ਵੈਜ਼ ਅ ਮੈਨ ਆਫ ਹਾਈ ਸੋਸ਼ਲ ਸਟੈਂਡਿੰਗ. ਤਾਂ ਇਸ ਕਰਕੇ ਉਹਨਾਂ ਦੋਨਾਂ ਦੀ ਮੈਰਿਜ ਉਸ ਤੋਂ ਬਾਅਦ ਹੋ ਜਾਂਦੀ ਹੈ. ਬਟ ਰੋਜ਼ੀ ਵਾਂਟਡ a live husband who should love her passionately. This was probably not Marco's cup of tea. ਪਰ ਇਹ ਜੋ ਮਾਰਕੋ ਦੇ ਅੰਦਰ ਇਮੋਸ਼ਨਸ ਬਿਲਕੁਲ ਨਹੀਂ ਸੀ ਅਤੇ ਰੋਜ਼ੀ ਵਾਜ਼ ਫੁੱਲ ਆਫ ਇਮੋਸ਼ਨਸ. ਤਾਂ ਸੋ ਰੋਜ਼ੀ ਫੈਲਟ ਅਪਸੈਟ. ਤਾਂ ਇਸ ਕਰਕੇ ਰੋਜ਼ੀ ਹੈ ਜੋ ਬਹੁਤ ਅਪਸੈਟ ਹੋ ਜਾਂਦੀ ਹੈ ਆਪਣੀ ਮੈਰਿਜ ਤੋਂ. ਦੇਅਰ ਵਾਜ਼ ਪ੍ਰੋਬਲਮ ਬਿਟਵੀਨ ਰੋਜ਼ੀ ਐਂਡ ਮਾਰਕੋ ਕਿਉਂਕਿ ਉਹਨਾਂ ਦੀ ਇਮੋਸ਼ਨਸ ਮੈਚ ਨਹੀਂ ਕਰਦੀਆਂ ਸੀ. ਨੈਕਸਟ, ਕਮੈਂਟ ਔਨ ਰਾਜੂਸ ਰੋਲ ਐਜ਼ ਫੁੱਲ ਫਲੈਜਡ ਸੇਂਟ. ਜਦੋਂ ਸੇਂਟ ਬਣ ਜਾਂਦਾ ਹੈ, ਸੰਤ ਬਣ ਜਾਂਦਾ ਹੈ, ਤਾਂ ਉਹਦਾ ਰੋਲ ਕਿਵੇਂ ਰਿਹਾ? ਤਾਂ ਅਸੀਂ ਰਾਜੂ ਦੇ ਕਰੈਕਟਰ ਸਕੈਚ ਦੇ ਵਿੱਚ ਸਭ ਤੋਂ ਲਾਸਟ 'ਤੇ ਪੜ੍ਹਿਆ ਹੈ. ਤਾਂ ਰਾਜੂ ਦਾ ਜੋ ਸਟੈਚਰ ਹੈ ਮਤਲਬ ਬਹੁਤ ਜ਼ਿਆਦਾ ਥੋੜ੍ਹਾ ਭਾਰਾ ਹੋ ਗਿਆ. ਉਹਦੀ ਲੁੱਕ, ਹੀ ਹੋਲਡਸ ਪ੍ਰੇਅਰ ਮੀਟਿੰਗ ਐਵਰੀ ਈਵਨਿੰਗ. ਰੋਜ਼ ਸ਼ਾਮ ਨੂੰ ਉਹ ਜੋ ਹੈ ਪ੍ਰਾਰਥਨਾ ਸਭਾ ਬੁਲਾਉਂਦਾ ਹੈ. ਅਟੈਂਡੈਂਸ ਐਟ ਦ ਪ੍ਰੇਅਰਸ ਗਰੋ ਮੈਨੀ ਫੋਲਡ ਇਨ ਦ ਈਵਨਿੰਗ. ਰੋਜ਼ ਸ਼ਾਮ ਨੂੰ ਆਉਣ ਵਾਲੇ ਲੋਕਾਂ ਦੀ ਜਿਹੜੀ ਮਤਲਬ ਗਿਣਤੀ ਉਹ ਵੱਧਦੀ ਜਾਂਦੀ ਹੈ. ਪੀਪਲ ਸੀਕ ਰਾਜੂਸ ਐਡਵਾਈਸ ਔਨ ਦ ਡਿਸਪਿਊਟ ਐਂਡ ਕਾਲਸ ਥਰੂ ਆਊਟ ਦ ਡੇ. ਲੋਕੀ ਰਾਜੂ ਦੀ ਸਲਾਹ ਲੈਂਦੇ ਹੈ ਕਿਸੇ ਵੀ ਲੜਾਈ 'ਤੇ ਝਗੜੇ 'ਤੇ. ਹੀ ਬਿਲੋਂਗਸ ਟੂ ਦ ਵਰਲਡ ਨਾਓ. ਠੀਕ ਹੈ, ਤਾਂ ਉਹ ਮਤਲਬ ਪੂਰੇ ਸੰਸਾਰ ਦੀ ਜਿਹੜੀ ਹੈਲਪ ਕਰਦਾ ਹੈ ਆਪਣੀਆਂ ਐਡਵਾਈਸਿਸ ਦੇ ਕੇ. ਹੀ ਈਵਨ ਪ੍ਰਿਸਕ੍ਰਾਈਬਸ ਮੈਡੀਸਨਸ ਫॉर ਦ ਸਿਕ ਚਿਲਡਰਨ. ਉਹ ਬਿਮਾਰ ਲੋਕਾਂ ਲਈ ਮੈਡੀਸਨ ਦਿੰਦਾ ਹੈ. ਹੀ ਹੈਜ਼ ਨੋ ਪ੍ਰਾਈਵੇਟ ਲਾਈਫ ਆਫ ਹਿਜ਼ ਓਨ. ਹੁਣ ਰਾਜੂ ਦੀ ਆਪਣੀ ਕੋਈ ਪ੍ਰਾਈਵੇਟ ਲਾਈਫ ਨਹੀਂ ਹੈ. ਹੀ ਹੀਵਸ ਅ ਸਾਈ ਆਫ ਰਿਲੀਫ. ਉਹ ਸੁੱਖ ਦਾ ਸਾਹ ਲੈਂਦਾ ਹੈ ਓਨਲੀ ਆਫਟਰ ਪੀਪਲ ਲੀਵ ਦ ਟੈਂਪਲ ਪ੍ਰੈਮਿਸਿਸ. ਜੋ ਟੈਂਪਲ ਲਿਖ ਸਕਦੇ ਹੋ, ਜਦੋਂ ਲੋਕ ਟੈਂਪਲ 'ਚ ਚਲੇ ਜਾਂਦੇ ਉਹਨੂੰ ਉਸ ਤੋਂ ਬਾਅਦ ਹੀ ਰਿਲੀਫ ਮਿਲਦਾ ਕਿ ਉਹ ਇਕੱਲਾ ਰਹਿ ਜਾਂਦਾ ਹੈ. ਹੀ ਇਜ਼ ਨਾਓ ਟ੍ਰੀਟਡ ਐਜ਼ ਅ ਰੀਅਲ ਸੇਂਟ. ਉਹ ਸੱਚਮੁੱਚ ਦਾ ਇੱਕ ਸੰਤ ਬਣ ਕੇ ਰਹਿ ਗਿਆ. ਹੀ ਇਜ਼ ਐਕਸਪੈਕਟਡ ਟੂ ਪਰਫੋਰਮ ਹਿਜ਼ ਡਿਊਟੀ ਐਜ਼ ਅ ਸੇਂਟ ਟੂ ਦ ਹਿਲਟ ਐਂਡ. ਇਹ ਤੁਸੀਂ ਲਾਈਨ ਛੱਡ ਸਕਦੇ ਹੋ, ਮਤਲਬ ਹੀ ਇਜ਼ ਪਰਫੋਰਮਿੰਗ ਹਿਜ਼ ਡਿਊਟੀ ਵੈਰੀ ਵੈਲ ਐਜ਼ ਅ ਸੇਂਟ. ਨੈਕਸਟ ਕੁਐਸਚਨ, ਹਾਊ ਡਿਡ ਰਾਜੂਸ ਮਦਰ ਰਿਐਕਟ? ਵੈਰੀ ਇੰਪੋਰਟੈਂਟ. ਰਾਜੂ ਦੀ ਮਦਰ ਦਾ ਕਰੈਕਟਰ ਅਤੇ ਉਹਨੇ ਰਿਐਕਸ਼ਨ ਕਿਵੇਂ ਦਿੱਤਾ ਜਦੋਂ ਰੋਜ਼ੀ ਆਉਂਦੀ ਹੈ ਰਾਜੂ ਦੇ ਨਾਲ ਉਹਨਾਂ ਦੇ ਘਰ ਰਹਿਣ ਦੇ ਲਈ. ਤਾਂ ਰਾਜੂ ਐਕਸਪਲੇਨਡ ਰੋਜ਼ੀਜ਼ ਪ੍ਰੈਡਿਕਟਮੈਂਟ ਮਤਲਬ ਦੁਰਦਸ਼ਾ ਟੂ ਹਿਜ਼ ਮਦਰ. ਬਟ ਓਲਡ ਲੇਡੀ ਇੰਸਿਸਟਡ ਡੈਟ ਰੋਜ਼ੀ ਸ਼ੁੱਡ ਗੋ ਹੋਮ ਟੂ ਹਰ ਹਸਬੈਂਡ. ਪਰ ਜਿਹੜੀ ਰਾਜੂ ਦੀ ਮਦਰ ਹੈ ਉਹਨੂੰ ਇੰਸਿਸਟ ਕਰਦੀ ਹੈ, ਇੰਸਿਸਟ ਕਰਨਾ ਮਤਲਬ ਜ਼ੋਰ ਦਿੰਦੀ ਹੈ ਕਿ ਉਹ ਆਪਣੇ ਹਸਬੈਂਡ ਕੋਲ ਵਾਪਸ ਚਲੀ ਜਾਵੇ. ਫॉल ਐਟ ਹਿਜ਼ ਫੀਟ ਐਂਡ ਸੀਕ ਹਿਜ਼ ਫॉरगिवनेस. ਉਹਦੇ ਪੈਰਾਂ 'ਤੇ ਡਿੱਗੇ ਅਤੇ ਉਹ ਤੋਂ ਮਾਫੀ ਮੰਗੇ. ਠੀਕ ਹੈ, ਮਤਲਬ ਰੋਜ਼ੀ ਕਿੱਥੇ ਵਾਪਸ ਚਲੀ ਜਾਵੇ? ਮਾਰਕੋ ਕੋਲ ਵਾਪਸ ਚਲੀ ਜਾਵੇ. ਸ਼ੀ ਪੁਆਇੰਟਡ ਆਊਟ ਡੈਟ ਹਰ ਪਲੇਸ ਵਾਜ਼ ਵਿਦ ਮਾਰਕੋ. ਕਿ ਉਹਦੀ ਜਗ੍ਹਾ ਆਪਦੇ ਹਸਬੈਂਡ ਕੋਲੋਂ ਮਾਰਕੋ ਕੋਲੋਂ ਹੀ ਹੈ. ਦੈਨ ਸ਼ੀ ਗੇਵ ਐਗਜ਼ਾਮਪਲਸ ਫਰੋਮ ਦ ਲਾਈਫ
ਲਾਈਵਸ ਆਫ ਮਿਥੋਲੋਜੀਕਲ ਹੀਰੋਇਨਸ ਲਾਈਕ ਸਵਿਤਰੀ ਐਂਡ ਸੀਤਾ। ਤਾਂ ਉਹ ਮਿਥਸ ਦੇ ਵਿੱਚੋਂ ਪੁਰਾਣੀਆਂ ਜੋ ਮਿਥਸ ਹੈ ਉਹਦੇ ਵਿੱਚੋਂ ਸਵਿਤਰੀ ਅਤੇ ਸੀਤਾ ਦੀ ਐਗਜ਼ਾਮਪਲ ਦਿੰਦੀ ਹੈ। ਰਾਜੂ ਫਾਈਨੈਂਸਿਸ ਵਰ ਡਵਿੰਡਲਿੰਗ, ਰਾਜੂ ਦੇ ਜਿਹੜੇ ਫਾਈਨੈਂਸ਼ੀਅਲ ਕੰਡੀਸ਼ਨ ਸੀ ਉਹ ਜੋ ਡਗਮਗਾ ਰਹੇ ਸੀ। his shop was given to a new contractor, stop ਨਹੀਂ ਹੈ ਬੱਚੇ, ਸ਼ੌਪ, ਉਹਦੀ ਸ਼ੌਪ ਵੀ ਨਵੇਂ ਕੰਟਰੈਕਟਰ ਨੂੰ ਦੇ ਦਿੱਤੀ ਗਈ ਸੀ। ਰਾਜੂ grew desperate ਹੁੰਦਾ ਮਤਲਬ ਬਹੁਤ ਨਿਰਾਸ਼ ਹੋ ਜਾਣਾ। he blamed the porter's son for ruining him, ਕਿ ਉਹ ਪੋਰਟਰ ਦੇ ਬੇਟੇ ਨੇ, ਕੁਲੀ ਦੇ ਬੇਟੇ ਨੇ ਉਹਨੂੰ ਬਰਬਾਦ ਕਰ ਦਿੱਤਾ। Raju's mother said that it was Rosie who was responsible for his ruin, कि राजू ਦੀ ਮਦਰ ਦੇ ਅਕੋਰਡਿੰਗ ਉਹਨੂੰ ਕਿਹਨੇ ਬਰਬਾਦ ਕੀਤਾ ਹੈ, ਰੋਜ਼ੀ ਨੇ ਬਰਬਾਦ ਕੀਤਾ ਹੈ। ਠੀਕ ਹੈ ਜੀ। ਨੈਕਸਟ ਦੇਖੋ, what was Velen's reaction when he heard Raju's confession, ਜਦੋਂ ਰਾਜੂ ਕਨਫੈਸ ਕਰਦਾ ਹੈ ਕਿ ਉਹ ਕੀ ਹੈ, ਕੌਣ ਹੈ, ਤਾਂ ਉਹ ਕਿਵੇਂ ਰਿਐਕਟ ਕਰਦਾ ਹੈ। ਠੀਕ ਹੈ। ਤਾਂ ਵਿਲਨ ਜਿਹੜਾ ਸੀਗਾ ਟੋਟਲੀ ਕੀ ਸੀ, ਨੌਨ ਜਜਮੈਂਟਲ। ਠੀਕ ਹੈ, ਬਿਲਕੁਲ ਜੱਜ ਹੀ ਨਹੀਂ ਕਰ ਪਾਇਆ। ਠੀਕ ਹੈ। ਰਾਜੂ ਵਾਜ਼ ਅਮੇਜ਼ਡ ਦੈਟ ਦੇ ਸਟਿਲ ਐਡਰੈਸਡ ਹਿਮ ਐਜ਼ ਅ ਸਵਾਮੀ, ਤਾਂ ਹਜੇ ਵੀ ਉਹਨੂੰ ਉਹ ਸਵਾਮੀ ਕਹਿ ਕੇ ਬੁਲਾਉਂਦਾ ਹੈ। ਜਦੋਂ ਰਾਜੂ ਆਪਣੀ ਸਾਰੀ ਜ਼ਿੰਦਗੀ ਦੀ ਸਟੋਰੀ ਵਿਲਨ ਨੂੰ ਸੁਣਾ ਦਿੰਦਾ ਹੈ ਤਾਂ ਅਜੇ ਵੀ ਰਾਜੂ ਜੋ ਵਿਲਨ ਹੈ ਉਹਦੇ 'ਤੇ ਬਿਲਕੁਲ ਟਰਸਟ ਕਰਦਾ ਹੈ ਅਤੇ ਉਹਨੂੰ ਸਵਾਮੀ ਕਹਿ ਕੇ ਬੁਲਾਉਂਦਾ ਹੈ। ਤਾਂ ਉਹ ਕਹਿੰਦਾ ਕਿ ਮੈਂ ਤੈਨੂੰ ਬਿਲਕੁਲ ਵੀ ਇਕੱਲਾ ਛੱਡ ਕੇ ਨਹੀਂ ਜਾਊਂਗਾ। ਨੈਕਸਟ ਕੁਐਸਚਨ ਹੈ, ਰਾਈਟ ਅ ਸ਼ੋਰਟ ਨੋਟ ਔਨ ਦਾ ਪਲੋਟ। ਬਹੁਤ ਵਾਰੀ ਆਇਆ, 2023 'ਚ ਵੀ ਆਇਆ, 2024 'ਚ ਵੀ ਆਇਆ। ਠੀਕ ਹੈ। ਇਹ BCA ਦੇ ਬੱਚੇ ਨੂੰ ਆਇਆ ਹੋਇਆ ਅਤੇ BA ਦੇ ਬੱਚੇ ਨੂੰ ਆਉਣ ਦੀ ਪੂਰੀ ਉਮੀਦ ਹੈ। ਧਿਆਨ ਨਾਲ ਸਮਝ ਲਓ ਬੇਟਾ। ਪਲੋਟ ਹੁੰਦਾ ਕੀ ਹੈ ਕਿ ਕਹਾਣੀ ਕਿਵੇਂ ਚੱਲ ਰਹੀ ਹੈ, ਉਹ ਅਸੀਂ ਜਦੋਂ ਕਰੈਕਟਰ ਸਕੈਚ ਕੀਤਾ ਰਾਜੂ ਦਾ ਉਹਦੇ ਵਿੱਚ ਕਵਰ ਕਰ ਲਿਆ। ਤਾਂ ਕਹਾਣੀ 3 ਐਪੀਸੋਡਸ ਚੱਲ ਰਹੀ ਹੈ। ਪਹਿਲਾ ਐਪੀਸੋਡ ਹੈ ਰਾਜੂ ਐਜ਼ ਅ ਰੇਲਵੇ ਮੈਨ ਔਰ ਟੂਰਿਸਟ ਗਾਈਡ, ਰਾਜੂ ਐਜ਼ ਇੰਪ੍ਰੈਜ਼ੇਰੀਓ ਮਤਲਬ ਮੈਨੇਜਰ ਜੋ ਇਵੈਂਟਸ ਅਰੇਂਜ ਕਰਦਾ ਹੈ ਰੋਜ਼ੀ ਦੀਆਂ, ਰਾਜੂ ਐਜ਼ ਅ ਸੈਂਟ, ਸੀਡੋ ਮਤਲਬ ਨਕਲੀ। ਠੀਕ ਹੈ, ਔਰ ਰੂਪ ਧਾਰਿਆ ਹੋਇਆ। ਤਾਂ ਉਹ ਤਿੰਨਾਂ ਦੇ ਬਾਰੇ 2-2 ਲਾਈਨਸ ਤੁਸੀਂ ਲਿਖ ਦੇਣੀ ਹੈ, ਦੈਟ ਇਜ਼ ਸਫੀਸ਼ੀਐਂਟ। ਕਲੀਅਰ। ਠੀਕ ਹੈ। ਨੈਕਸਟ, ਇਹ ਪਲੋਟ ਹੈ ਬੱਚੇ, ਪਲੋਟ ਨੂੰ ਧਿਆਨ ਨਾਲ ਕਵਰ ਕਰਨਾ ਹੈ। ਅਤੇ ਪਲੋਟ ਕਿਸ ਤਰੀਕੇ ਨਾਲ ਚੱਲਦਾ ਹੈ, ਇਨ ਜ਼ਿਗ ਜ਼ੈਗ ਵੇ, ਪਹਿਲਾਂ ਪੜ੍ਹਾ ਚੁੱਕੀ ਹਾਂ ਮੈਂ, ਮਤਲਬ ਪ੍ਰੈਜ਼ੈਂਟ ਪਾਸਟ ਦੇ ਵਿੱਚ ਚੱਲਦਾ। The guide is considered to be the most representative work, ਕਿਵੇਂ, ਬਿਕੋਜ਼ ਇਹ ਓਰੀਜਨਲ ਪੋਜੀਸ਼ਨ ਹੈ, ਮਾਲਗੁਡੀ ਟਾਊਨ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ। ਇਹ ਚੀਜ਼ਾਂ ਮਹੀਨੇ ਦੇ ਵਿੱਚ ਲਿਖ ਦੇਣੀ ਹੈ। ਵਾਟ ਇਜ਼ ਦਾ ਮੋਟਿਵ ਆਫ ਦਾ ਗਾਈਡ, ਮੋਟਿਵ ਕੀ ਹੈ ਲਿਖਣ ਦਾ। ਕੋਈ ਵੀ ਜੋ ਨੋਵਲ ਲਿਖਿਆ ਜਾਂਦਾ ਹੈ ਉਹ ਡਿਲਾਈਟ ਲਈ ਲਿਖਿਆ ਜਾਂਦਾ ਹੈ, ਹੈਪੀਨੈਸ ਲਈ ਲਿਖਿਆ ਜਾਂਦਾ ਹੈ। ਠੀਕ ਹੈ। ਦੇਰ ਇਜ਼ ਅ ਬਿਟ ਆਫ ਟੀਚਿੰਗ ਆਲਸੋ, ਕੁਛ ਸਿਖਾਉਂਦੇ ਵੀ ਹੈ ਸਾਨੂੰ। ਠੀਕ ਹੈ। ਦ ਕਲੈਪਸ ਆਫ ਦ ਚੇਂਜਿੰਗ ਸੋਸ਼ਲ ਵੈਲਿਊਜ਼ ਫॉर्म ਦ ਬੈਕਗਰਾਊਂਡ ਆਫ ਦ ਨੋਵਲ, ਜਿਹੜੀਆਂ ਸੋਸ਼ਲ ਵੈਲਿਊਜ਼ ਹੈ ਉਹ ਬਦਲ ਰਹੀਆਂ, ਕਿਵੇਂ ਖ਼ਤਮ ਹੋ ਰਹੀਆਂ ਉਹ ਵੀ ਦੱਸਣਾ ਚਾਹੁੰਦੇ ਹੈ। ਕਿਵੇਂ ਜਿਹੜੇ ਓਲਡ ਪੀਪਲ ਹੈ, ਪੁਰਾਣੇ ਲੋਕ ਹੈ, ਜਿਵੇਂ ਕਿ ਰਾਜੂ ਦੀ ਮਦਰ ਜਾਂ ਮੈਟਰਨਲ ਅੰਕਲ ਹੈ, ਉਹਦੇ ਮਾਮਾ ਜੀ ਹੈ, ਉਹ ਨਿਊ ਜੋ ਥਾਟਸ ਨੂੰ ਨਹੀਂ ਅਪਣਾਉਂਦੇ, ਉਹ ਚੀਜ਼ ਵੀ ਦਿਖਾਈ ਗਈ ਹੈ। ਠੀਕ ਹੈ। ਤਾਂ ਸਨੋਬਰੀ ਦਿਖਾਈ ਗਈ ਹੈ, ਦਿਖਾਇਆ ਗਿਆ ਕਿਵੇਂ ਕਰਮਸ ਜਿਵੇਂ ਸਾਡੇ ਸਾਹਮਣੇ ਆਉਂਦੇ ਹੈ, ਇੰਡੀਅਨਨੈਸ ਦਿਖਾਇਆ ਗਿਆ। 4-5 ਲਾਈਨ ਸਿਰਫ ਇੰਨਾ ਹੀ ਲਿਖਣਾ ਹੈ, ਮੋਰ ਦੈਨ ਸਫੀਸ਼ੀਐਂਟ ਹੈ। ਕਮੈਂਟ ਔਨ ਦਾ ਇੰਡੀਅਨਨੈਸ ਆਫ ਦਾ ਨੋਵਲ, ਵੈਰੀ ਇੰਪੋਰਟੈਂਟ। BA ਦੇ ਬੱਚਿਆਂ ਨੂੰ 2023 ਦੇ ਵਿੱਚ ਆਇਆ ਹੋਇਆ, ਵੈਰੀ ਇੰਪੋਰਟੈਂਟ। ਹੁਣ ਇੰਡੀਅਨਨੈਸ ਕਿੱਥੇ ਸ਼ੋ ਹੁੰਦੀ ਹੈ ਬੱਚੇ, ਇਹ ਅਸੀਂ ਵਰਡ ਟੂ ਵਰਡ ਹੀ ਪੜ੍ਹਦੇ ਹਾਂ। ਦ ਗਾਈਡ ਇਜ਼ ਰਿਟਨ ਇਨ ਫੋਰਨ ਲੈਂਗੁਏਜ ਇੰਗਲਿਸ਼, ਬਟ ਇਟ ਇਜ਼ ਟਰੂਲੀ ਇੰਡੀਅਨ ਨੋਵਲ। ਇਹ ਸੱਚਮੁੱਚ ਇੱਕ ਇੰਡੀਅਨ ਨੋਵਲ ਹੈ। ਇਹ ਲੌਂਗ ਕੁਐਸਚਨ ਬਣ ਕੇ ਵੀ ਆ ਸਕਦਾ ਹੈ। all the images, ਸਾਰੀਆਂ ਹੀ images reference to the ideal Indian women like Sita ji, Savitri, symbols, manners, habits, attitudes, sentiments, ये सारे की है इंडियन है। जो temples है इंडियन है, जो सरयू रिवर है इंडियन है। मालगुडी टाउन जो कि एक फिक्शनल टाउन है, ये शॉर्ट नोट नहीं आया कभी तो आ सकता है। RK नारायण ने जो मालगुडी टाउन है वो फिक्शनल टाउन है जो खुद क्रिएट किया हुआ है, ये आ सकता है बच्चे। तो ये भी इंडियन है जो कि साउथ इंडिया के विच है। दैन उस तो बाद जो कोबरा डांस है वो भी इंडियननेस नूं बिलोंग करता है। दैन देयर इज़ रेफरेंस टू इंडियन एपिक्स, रामायण एंड महाभारत, वो भी इंडियन है। इन सम मतलब टोटल ਦੇ ਵਿੱਚ ਅਸੀਂ ਕਹਿ ਸਕਦੇ ਹਾਂ ਦ ਨੋਵਲ ਰਿਫਲੈਕਟਸ ਦ ਸਪਿਰਿਟ ਐਂਡ ਸੋਲ ਆਫ ਇੰਡੀਆ। ਠੀਕ ਹੈ। ਇਹ ਇੰਡੀਆ ਬਾਰੇ ਹੀ ਸਾਨੂੰ ਜਾਣਕਾਰੀ ਦਿੰਦਾ ਹੈ। ਤਾਂ ਇੱਕ ਬਹੁਤ ਵੱਡੀ ਐਗਜ਼ਾਮਪਲ ਜਿਹੜੀ ਨਹੀਂ ਇਹਦੇ ਵਿੱਚ ਲਿਖੀ, ਰੋਜ਼ੀ ਜੋ ਕਿ ਟਿਪੀਕਲ ਵਾਈਫ ਹੈ। ਠੀਕ ਹੈ, ਟਿਪੀਕਲ ਵਾਈਫ ਹੈ ਐਂਡ always thinks about her husband। ਫਿਜ਼ੀਕਲੀ
she is living with Raju, but mentally she is always with her husband. ਤਾਂ ਉਹ ਕੀ ਇੱਕ ਟਿਪੀਕਲ ਇੰਡੀਅਨ ਵਾਈਫ ਨੂੰ ਰਿਪਰੈਜ਼ੈਂਟ ਕਰਦੀ ਹੈ, ਠੀਕ ਹੈ। ਨੈਕਸਟ ਕੁਐਸਚਨ ਇੰਪੋਰਟੈਂਟ ਹੈ ਬੱਚੇ, ਹਾਊ ਡੂ ਮਾਰਕੋ ਐਂਡ ਰੋਜ਼ੀ ਵਿਊ ਡਾਂਸ। ਹੁਣ ਕਿਵੇਂ ਰੋਜ਼ੀ ਦਾ ਪੈਸ਼ਨ ਹੈ ਡਾਂਸ, ਰੋਜ਼ੀ ਜੋ ਹੈ ਸਫੋਕੇਟਡ ਫੀਲ ਕਰਦੀ ਹੈ ਮਾਰਕੋ ਦੀ ਕੰਪਨੀ ਦੇ ਵਿੱਚ, ਠੀਕ ਹੈ। ਵੈਨ ਹੀ ਡਿਜ਼ਰਟਸ ਹਰ ਆਫਟਰ ਸ਼ੀ ਹੈਜ਼ ਕਨਫੈਸਡ ਹਰ ਗਿਲਟੀ ਆਫ ਐਡਲਟਰੀ ਹੁੰਦਾ ਮੇਕਿੰਗ ਰਿਲੇਸ਼ਨਸ਼ਿਪ ਵਿਦ another person other than husband, she goes to live with Raju. That it is her desire to perfect her dance rehearsal properly. ਤਾਂ ਉਹ ਡਾਂਸ ਰਿਹਰਸਲ ਕਰਨਾ ਚਾਹੁੰਦੀ ਹੈ, ਰਿਹਰਸਲ ਹੁੰਦਾ ਪ੍ਰੈਕਟਿਸ ਕਰਨਾ ਚਾਹੁੰਦੀ ਹੈ, ਪਰ ਰਾਜੂ ਦੀ ਮਦਰ, ਉਹਦੇ ਮੈਟਰਨਲ ਅੰਕਲ ਐਜ਼ ਵੈਲ ਐਜ਼ ਮਾਰਕੋ ਨੂੰ ਡਾਂਸ ਬਿਲਕੁਲ ਵੀ ਪਸੰਦ ਨਹੀਂ ਹੁੰਦਾ। ਪਰ ਰੋਜ਼ੀ ਦੇ ਲਈ ਡਾਂਸ ਕੀ ਹੈ, ਇੱਕ ਪੈਸ਼ਨ ਹੈ ਅਤੇ ਉਹ ਉਸ ਨੂੰ ਪਰਸਿਊ ਵੀ ਕਰਦੀ ਹੈ ਅਤੇ ਇੱਕ ਸੈਲੀਬ੍ਰਿਟੀ ਬਣ ਜਾਂਦੀ ਹੈ। ਕਲੀਅਰ। ਤਾਂ ਇਹਦੇ 'ਚੋਂ 4-5 ਲਾਈਨਾਂ ਹੀ ਤੁਸੀਂ ਮੈਂਸ਼ਨ ਕਰਨੀਆਂ ਐਟ ਦਾ ਐਂਡ। ਨੈਕਸਟ ਵੈਰੀ ਇੰਪੋਰਟੈਂਟ ਕੁਐਸਚਨ ਜਿਹੜਾ ਕਿਸੇ ਨੂੰ ਵੀ ਨਹੀਂ ਆਇਆ ਹੋਇਆ, ਨਾ BCA ਨੂੰ ਨਾ BA ਨੂੰ, ਅਤੇ ਪੂਰੀ ਉਮੀਦ ਹੈ ਇਸ ਸਾਲ ਆ ਸਕਦੇ। ਜਿਹੜੇ ਕੁਐਸਚਨ ਨਹੀਂ ਆਏ ਨਾ ਬੇਟਾ ਉਹ ਆ ਸਕਦੇ ਹੁੰਦੇ ਆ ਕਿਉਂਕਿ ਇੰਪੋਰਟੈਂਟ ਚੀਜ਼ ਹੈ। ਡਿਸਕ੍ਰਾਈਬ ਦ ਸਰਕਮਸਟਾਂਸਿਸ ਦੈਟ ਲੈਡ ਟੂ ਰੋਜ਼ਿਜ਼ ਰਿਫਟ ਵਿਦ ਰਾਜੂ। ਰਿਫਟ ਹੁੰਦਾ ਦੂਰੀ ਆਉਣਾ, ਕਿਵੇਂ ਰਾਜੂ ਅਤੇ ਰੋਜ਼ੀ ਦੇ ਵਿੱਚ ਦੂਰੀ ਆਉਂਦੀ ਹੈ। ਹੁਣ ਕੀ ਚੀਜ਼ ਹੈ ਇਹਦੇ ਵਿੱਚ, ਰੋਜ਼ੀ ਥਿੰਕਸ of her husband when she finds his picture in the Illustrated Weekly of India, a Bombay weekly। ਤਾਂ ਰੋਜ਼ੀ ਨੂੰ ਆਪਣੇ ਹਸਬੈਂਡ ਦੀ ਪਿਕਚਰ ਮਿਲਦੀ ਹੈ ਜਿਸ ਦੇ ਵਿੱਚ along with a brilliant review of his book on cave painting, ਜਿਸ ਦੇ ਵਿੱਚ ਉਹਨੇ ਕੇਵ ਪੇਂਟਿੰਗਸ ਜੋ ਮਾਲਗੁਡੀ ਦੇ ਵਿੱਚ ਕੀਤੀ ਸੀ ਰਿਸਰਚ, ਉਹਦੇ ਉੱਪਰ ਇੱਕ ਬੁੱਕ ਲਿਖੀ ਹੋਈ ਹੈ। she cuts out Marco's picture and stick it to her dressing mirror। ਤਾਂ ਉਹਦੀ ਫੋਟੋ ਕੱਟ ਕੇ ਆਪਣੇ ਜੋ ਡਰੈਸਿੰਗ ਟੇਬਲ ਦੇ ਮਿਰਰ 'ਤੇ ਸ਼ੀਸ਼ੇ 'ਤੇ ਲਗਾ ਲੈਂਦੀ ਹੈ। this must have filled ਰਾਜੂ with gall, ਮਤਲਬ ਇਸ ਗੱਲ ਕਰਕੇ ਰਾਜੂ ਫੁੱਲ ਆਫ ਐਂਗਰ ਗੁੱਸੇ ਨਾਲ ਭਰ ਜਾਂਦਾ ਹੈ, ਠੀਕ ਹੈ। ਉਹਨੂੰ ਜੈਲਸੀ ਵੀ ਹੁੰਦੀ ਹੈ, ਗੁੱਸਾ ਵੀ ਹੁੰਦਾ ਹੈ। she questions Raju when she comes to know that Marco has already sent a copy of the book to him, why she has been longing to see it। ਤਾਂ ਕੀ ਮਾਰਕੋ ਨੇ ਤੈਨੂੰ ਇਹ ਕਾਪੀ ਭੇਜੀ ਹੈ ਤਾਂ ਉਹ ਦੇਖਣਾ ਚਾਹੁੰਦੀ ਸੀ, ਲੌਂਗਿੰਗ ਮਤਲਬ ਬਹੁਤ ਅੰਦਰੋਂ ਦੀ ਇੱਛਾ ਸੀ। there is an ugly scene between the two and later the two laugh it off, ਠੀਕ ਹੈ। ਦੋਨਾਂ ਦੇ ਵਿੱਚ ਬਹੁਤ ਬੁਰਾ ਸੀਨ ਹੁੰਦਾ ਹੈ, ਉਹ ਲੜਦੇ ਆਪਸ ਦੇ ਵਿੱਚ ਪਰ ਬਾਅਦ ਦੇ ਵਿੱਚ ਉਹ ਹੱਸਦੇ ਵੀ ਹੈ ਵੀ ਇਹ ਕਿਉਂ ਹੋਇਆ। the rift gets cemented ਮਤਲਬ ਹੋਰ ਪੱਕੀ ਹੋ ਜਾਂਦੀ ਹੈ when Raju is arrested for forging Rosie's signature on a legal document। ਇਹ ਦੂਰੀ ਹੋਰ ਵੱਧ ਜਾਂਦੀ ਹੈ ਜਦੋਂ ਜੋ ਰਾਜੂ ਹੈ ਉਹ ਸਿਗਨੇਚਰ ਰੋਜ਼ੀ ਦੇ ਜੋ ਗਲਤ ਸਿਗਨੇਚਰ ਸਿਗਨੇਚਰ ਕਰ ਦਿੰਦਾ ਇੱਕ ਲੀਗਲ ਡਾਕੂਮੈਂਟ ਨੇ। ਲੀਗਲ ਮਤਲਬ ਕਾਨੂੰਨੀ ਦਸਤਾਵੇਜ਼। sent by Marco's lawyers over the custody of a jewelry box। ਤਾਂ ਉਹ ਜੁਐਲਰੀ ਬਾਕਸ ਲੋਕਰ ਦੇ ਵਿੱਚ ਹੁੰਦਾ ਜੋ ਰੋਜ਼ੀ ਦਾ ਹੁੰਦਾ, ਤਾਂ ਮਾਰਕੋ ਚਾਹੁੰਦਾ ਹੁੰਦਾ ਕਿ ਉਹ ਜੁਐਲਰੀ ਬਾਕਸ ਉਹ ਰੋਜ਼ੀ ਨੂੰ ਦੇ ਦਿੱਤਾ ਜਾਵੇ, ਪਰ ਉਹਦੇ ਲਈ ਰੋਜ਼ੀ ਦੇ ਸਾਈਨ ਚਾਹੀਦੇ ਹੈ। ਤਾਂ ਮਾਰਕੋ ਪੇਪਰਸ ਭੇਜਦਾ, ਪਰ ਰਾਜੂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇ ਇਹ ਪੇਪਰ ਰੋਜ਼ੀ ਤੱਕ ਪਹੁੰਚੇ ਤਾਂ ਰੋਜ਼ੀ ਆਪਣੇ ਹਸਬੈਂਡ ਕੋਲ ਕਿਤੇ ਵਾਪਸ ਨਾ ਚਲੀ ਜਾਵੇ। ਤਾਂ ਮਾਰਕੋ ਉਹਦੇ ਸਾਈਨ ਜੋ ਹੈ ਕਰਕੇ ਭੇਜ ਦਿੰਦਾ, ਖੁਦ ਰੋਜ਼ੀ ਦੇ ਸਾਈਨ ਕਰਕੇ ਭੇਜ ਦਿੰਦਾ। but she decides to spend maximum affordable money to defend Raju in court। ਉਹ ਪੂਰੀ ਕੋਸ਼ਿਸ਼ ਕਰਦੀ ਹੈ ਰਾਜੂ ਨੂੰ ਬਚਾਉਣ ਦੇ ਲਈ, but she also tells Raju categorically that she will not have anything to do with him after that। ਪਰ ਉਹ ਕਹਿ ਦਿੰਦੀ ਹੈ ਇਹ ਵਰਡਸ ਨਹੀਂ ਲਿਖੋ, ਤਾਂ ਰਾਜੂ ਨੂੰ ਕਲੀਅਰਲੀ ਕਹਿ ਦਿੰਦੀ ਹੈ ਕਿ ਮੈਂ ਉਸ ਤੋਂ ਬਾਅਦ ਤੇਰੇ ਤੋਂ ਕੁਛ ਨਹੀਂ ਕਰਵਾਉਣਾ, ਆਈ ਡੋਂਟ ਵਾਂਟ ਟੂ ਲਿਵ ਵਿਦ ਯੂ। ਤਾਂ ਮਤਲਬ ਉਹਨਾਂ ਦਾ ਰਿਫਟ ਜੋ ਹੈ ਡਿਫਰੈਂਸ ਕ੍ਰੀਏਟ ਕਰ ਦਿੰਦਾ ਹੈ ਅਤੇ ਹੁਣ ਉਹ ਬਿਲਕੁਲ ਇੱਕ ਦੂਸਰੇ ਤੋਂ ਵੱਖਰੇ ਹੋ ਜਾਂਦੇ ਹੈ। ਡਿਸਪਾਈਟ ਦ ਸਟਾਰ ਲਾਇਰਸ ਬੈਸਟ ਐਫਰਟਸ, ਚੰਗੇ ਲਾਇਰ ਦੀਆਂ ਐਫਰਟਸ ਦੇ ਬਾਵਜੂਦ ਵੀ ਰਾਜੂ ਇਜ਼ ਸੈਂਟ ਟੂ ਜੇਲ ਫॉर 2 years। ਰਾਜੂ ਨੂੰ 2 ਸਾਲ ਦੀ ਸਜ਼ਾ ਹੋ ਜਾਂਦੀ ਹੈ। ਸ਼ੀ ਵਿੰਡਸ ਅਪ ਹਰ ਐਸਟੈਬਲਿਸ਼ਮੈਂਟ ਐਂਡ ਮੂਵਸ ਟੂ ਮਦਰਾਸ। ਅਤੇ ਸਿੰਪਲ ਲਿਖੋ ਸ਼ੀ ਮੂਵਸ ਟੂ ਮਦਰਾਸ, ਮਤਲਬ ਐਂਡ 'ਤੇ ਰੋਜ਼ੀ ਲੈਫਟ him and moves to Madras। ਤੇ ਕਿੱਥੇ ਚਲੀ ਜਾਂਦੀ ਹੈ, ਮਦਰਾਸ ਚਲੀ ਜਾਂਦੀ ਹੈ। ਨੈਕਸਟ ਕੁਐਸਚਨ, why was the name Rosie changed to Nalini?
ਹਾਊ ਐਂਡ ਵਾਈ ਡਿਡ ਰੋਜ਼ੀ ਚੇਂਜ ਹਰ ਨੇਮ ਨਲਿਨੀ, ਕਿਵੇਂ ਉਹਦਾ ਨਾਮ ਬਦਲਿਆ ਗਿਆ। BCA ਦੇ ਬੱਚਿਆਂ ਨੂੰ ਆਇਆ ਹੋਇਆ ਪਰ BA ਦੇ ਬੱਚਿਆਂ ਨੂੰ ਨਹੀਂ ਆਇਆ ਹੋਇਆ, ਤਾਂ ਧਿਆਨ ਨਾਲ ਸੁਣ ਲਓ। ਇਟ ਵਾਜ਼ ਪਲੈਨਡ ਬਾਈ ਰੋਜ਼ੀ ਐਂਡ ਰਾਜੂ ਦੈਟ ਰੋਜ਼ੀ ਸ਼ੁੱਡ ਸਟਾਰਟ ਹਰ ਡਾਂਸ ਪਰਫਾਰਮੈਂਸਿਸ ਇਨ ਪਬਲਿਕ। ਦੋਨੋਂ ਨੇ ਫੈਸਲਾ ਲਿਆ ਕਿ ਰੋਜ਼ੀ ਜੋ ਹੈ ਆਪਣੀ ਡਾਂਸ ਪਰਫਾਰਮੈਂਸਿਸ ਦੇਵੇ। ਰਾਜੂ ਸੈਡ ਡੈਟ ਰੋਜ਼ੀ ਇਜ਼ ਸਿਲੀ ਨੇਮ, ਤਾਂ ਉਹਨੂੰ ਲੱਗਦਾ ਕਿ ਇੰਡੀਅਨ ਨੇਮ ਨਹੀਂ ਹੈ, ਰੋਜ਼ੀ ਇੱਕ ਇੰਡੀਅਨ ਨੇਮ ਨਹੀਂ ਹੈ। ਫॉर ਪਬਲਿਕ ਪਰਪਜ਼ ਹਰ ਨੇਮ ਮਸਟ ਬੀ ਚੇਂਜ, ਉਹਦਾ ਨਾਮ ਬਦਲਿਆ ਜਾਵੇ। ਰਾਜੂ ਸੁਜੈਸਟਡ ਡੈਟ ਸ਼ੀ ਸ਼ੁੱਡ ਬੀ ਨੇਮਡ ਮੀਨਾ ਕੁਮਾਰੀ, ਰਾਜੂ ਕਹਿੰਦਾ ਕਿ ਤੇਰਾ ਨਾਮ ਮੀਨਾ ਕੁਮਾਰੀ ਰੱਖ ਦਿੰਦੇ ਆ, ਪਰ ਰੋਜ਼ੀ ਐਗਰੀ ਨਹੀਂ ਕਰਦੀ। ਫॉर ਅ ਕਲਾਸੀਕਲ ਡਾਂਸਰ ਸ਼ੀ ਕੁਡ ਕਾਲ ਹਰਸੈਲਫ ਸਮਥਿੰਗ ਦੈਟ ਇਜ਼ ਪੋਇਟਿਕ ਐਂਡ अपीलिंग, पर रोज़ी के अकॉर्डिंग जो क्लासिक डांस कर रही है तो ਉਹਦਾ जो नेम है बहुत मधुर होना चाहिए तो पोइटिक होना चाहिए तो अपील करने वाला, किसी ਨੂੰ खिंचे अपने वाल। रोज़ी पिकड अप अ पैड एंड रोट ऑल द नेम्स, वो एक कागज़ का टुकड़ा चकदी है तो किन्ने ही जो है नाम लिख दिंदी है। आफ्टर सैवरल आवर्स, कई घंटिया तो बाद दे अराइवड एट अ नेम नलिनी, तो किहड़ा नाम रखते हैं नलिनी। बोथ एग्रीड दैट दिस वॉज अ नेम हैविंग सिग्निफिकेंस पोइट्री एंड यूनीवर्सैलिटी, कि ये इहो जिहा नाम है जो पोइटिक भी है इंपॉर्टेंट भी है तो यूनीवर्सली मतलब सारे नूं चंगा भी लगेगा। ऑन द टॉप दैट दिस नेम इज़ शॉर्ट एंड इट कैन बी ईजली रिमेंबर्ड, ये छोटा जिहा नाम है तो रिमेंबर भी किया जा सकता है। अगला क्वेश्चन है भी वो पब्लिक डांसिंग करियर किमें रहा, बहुत अच्छा रहा। रॉकेटिंग सक्सैस मतलब बहुत ज़्यादा सक्सैस एकदम मिली। राजू जो है वह इंप्रेजरियो दा मैनेजर बन गया। नलिनी नूं बहुत ज़्यादा डांसिंग जो है परफॉर्मेंसिस के लिए इनविटेशन आन लग गए। नलिनी दे कोल एक डांसिंग मास्टर है गोपाल, ठीक है, उन्होंने कोल कार है, एक ड्राइवर है, ठीक है, एक जो एक गोरखा भी है जो गेट पर रहिंदा है। मतलब इस तरीके नाल बहुत ज़्यादा दोनों ग्रो करते तो सक्सैस ले लेंदे तो नलिनी की एक सैलीब्रिटी बन जाती है। वॉट आर द इंप्रैशनस ऑफ राजूज़ फादर, हुण राजू के फादर किस तरीके दे सी, लो लैवल दे सी, छोटे दुकानदार सी, तो लो मिडल क्लास फैमिली तो बिलोंग करते सी। कंजरवेटिव मतलब बहुत मतलब उन्होंने जी विचारधारा सी बहुत बैकवर्ड सी, तो वो नवे विचारधारा अडॉप्ट नहीं करना चाहते सी। ही इज़ नॉट इनफेक्टेड विद द न्यू फैंगल्ड आइडियाज़, नवे आइडियाज़ तो प्रभावित नहीं होंदे सी। ही मेक्स मनी फॉर द अपकीप ऑफ हिज फैमिली, पैसा बनाते सी अपनी फैमिली नूं चलाउण दे लई। ही ब्रिंग्स अप हिज सन राजू इन द फैशन ऑफ एनी इंडियन चाइल्ड। हिज करैक्टर डज नॉट टच द मेन प्लॉट ऑफ द नॉवल, वो करैक्टर ते साडे मेन प्लॉट का कोई मतलब जिहड़ा प्रभाव नहीं पैंदा, करैक्टर का साडे मेन प्लॉट पर प्रभाव नहीं पैंदा। बस सिर्फ इन्ना ही सी कि वो अपने बच्चे राजू नूं स्कूल भेजना चाहते सी, पढ़ाना चाहते सी। ठीक है जी, ये क्वेश्चन ज़्यादा इंपॉर्टेंट नहीं है, एक बार रीडिंग जरूर करनी है। पर सुपरिटेंडेंट ऑफ पुलिस का नेचर की सी, जोसफ किमें इंप्रैस करता था। नैक्सट क्वेश्चन विच इज़ वेरी इंपॉर्टेंट, डू यू एग्री दैट सिन एंड गिल्ट कैन नॉट बी हिडन, कि पाप ते कोई जो गुनाह है वो छुपाया नहीं जा सकता। अ क्रिटिकल स्टडी ऑफ द गाइड रिवील्स दैट गिल्ट एंड सिन कैन नॉट बी हिडन, भी नहीं छुपाए जा सकते। सिमिलरली क्राइम कैन नॉट बी हिडन, क्राइम भी नहीं छुपाया जा सकता। ये लिखांगे किमें, विद द हेल्प ऑफ राजूज़ जो क्रिमिनल एक्ट सी, उन्हें 4 सिग्नेचर किए। ओ हिज फिजिकल रिलेशनशिप एंड अदर मैनस वाइफ विद अदर मैनस वाइफ इज़ एक्सपोज, उन्हें 2 क्राइम किए कि ही हैड रिलेशनशिप विद अदर मैनस वाइफ, वो भी एक्सपोज होया। दैन सैकेंड सी ओदा हिज फोर्जिंग द सिग्नेचर ऑन द डॉक्यूमेंट, उन्हें सिग्नेचर फोर्ज किए डॉक्यूमेंट के उपर, सेंट बाय मार्को, वो भी एक्सपोज होया। जगन इन द नॉवल द वेंडर ऑफ स्वीट इज़ ऑल्सो रिवील्ड, ये बाकी दे जो करैक्टर है दूसरे नॉवल के वो भी रिवील होए। मतलब असी सिर्फ राजू के जो करैक्टर के उन्हें गलतियाँ सिन किते पाप किते वो भी रिवील होए। हुण जे असीं देखिए एज अ सेंट भी उन्हें किसी को नहीं दसिया, सिर्फ विलेन को दसिया कि वॉट इज़ माई रियलिटी। एट द एंड ही हैज़ टू सफ़र बाय अंडरगोइंग अ फास्ट फॉर मैनी डेज। नेक्स्ट, डू यू थिंक इट इज़ ओके इफ मालगुडी इज़ रिगार्डेड एज अ सिंबल ऑफ इंडिया इन ट्रांजिशन, कि मालगुडी नूं कि असीं ट्रांजिशन मान सकते हैं कि मालगुडी बदल रहा है। बिल्कुल, हुण इंडिया जो है इंडिया दे विच है मालगुडी साउथ दे विच, ते मालगुडी इंडिया नूं रिप्रजेंट कर रहे हैं। ठीक है, आर के नारायण ने अपने वालों एक फिक्टिशियस होंदा है बच्चे,
ਫਿਕਸ਼ਨਲ ਜੋ ਹੈ ਬਣਾਇਆ ਹੋਇਆ ਇੱਕ ਟਾਊਨ, ਫਿਕਸ਼ਨਲ ਟਾਊਨ ਹੈ ਜਿਹੜਾ ਕਿ ਓਰੀਜਨਲੀ ਸੱਚਮੁੱਚ ਦੇ ਵਿੱਚ ਨਹੀਂ ਹੈ, ਸਿਰਫ ਉਹਦੇ ਵਿਚਾਰਾਂ ਦੇ ਵਿੱਚ ਹੀ ਹੈ, ਉਹਦੀਆਂ ਕਹਾਣੀਆਂ ਦੇ ਵਿੱਚ ਹੀ ਹੈ। ਤਾਂ ਉਹ ਇੰਡੀਆ ਨੂੰ ਪ੍ਰੈਜ਼ੈਂਟ ਕਰ ਰਿਹਾ ਹੈ, ਉਹਦੇ ਸਿੰਬਲ, ਉਹਦੇ ਟੈਂਪਲ, ਉਹਦੀ ਰਿਵਰ, ਠੀਕ ਹੈ। ਦੈਨ ਉਸ ਤੋਂ ਬਾਅਦ ਜਿਹੜਾ ਆਨੰਦ ਭਵਨ, ਉਹਦੇ ਬੁਲੋਕ ਕਾਰਟਸ, ਉਹਦੇ ਰੇਲਵੇ ਸਟੇਸ਼ਨ, ਇਹ ਸਭ ਕੁਝ ਕੀ ਪ੍ਰੈਜ਼ੈਂਟ ਕਰ ਰਿਹਾ ਹੈ, ਇੰਡੀਅਨਨੈਸ ਨੂੰ ਪ੍ਰੈਜ਼ੈਂਟ ਕਰ ਰਹੇ ਆ। ਹੁਣ ਅਸੀਂ ਸਾਰਾ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਮਾਲਗੁੜੀ ਦੇ ਵਿੱਚ ਕੀ ਕੀ ਸੀ, ਠੀਕ ਹੈ। ਮਾਲਗੁੜੀ ਟੈਂਪਲ ਦੇ ਵਿੱਚ ਪਾਇਓਲ ਸਕੂਲ ਸੀ ਜਿੱਥੇ ਗਿਆ, ਉਸ ਤੋਂ ਬਾਅਦ ਐਲਬਰਟ ਸਕੂਲ ਸੀ, ਸਕੂਲ ਦੋਨਾਂ ਦੇ ਨਾਮ ਲਿਖ ਸਕਦੇ ਹੋ। ਦੈਨ ਉਸ ਤੋਂ ਬਾਅਦ ਸਰਯੂ ਨਦੀ ਹੈ, ਠੀਕ ਹੈ, ਟੈਂਪਲ ਹੈ, ਠੀਕ ਹੈ ਜੀ। ਦੈਨ ਉਸ ਤੋਂ ਬਾਅਦ ਆਨੰਦ ਭਵਨ ਹੈ, ਠੀਕ ਹੈ। ਅਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਮੈਂਸ਼ਨ ਕਰ ਸਕਦੇ ਹੋ। ਮੋਰ ਓਵਰ ਸਪੈਸੀਫਿਕਲੀ ਅਸੀਂ ਪੜ੍ਹਿਆ ਰੇਲਵੇ ਸਟੇਸ਼ਨ। ਅਗਲਾ ਕੁਐਸਚਨ ਹੈ ਵਾਟ ਆਰ ਦ ਬੇਸਿਕ ਥੀਮਸ, ਅਸੀਂ ਆਲਰੇਡੀ ਕਰ ਚੁੱਕੇ ਹਾਂ। ਇਹ ਥੀਮ ਵਾਲੇ ਕੁਐਸਚਨ ਦੇ ਵਿੱਚੋਂ ਹੀ ਤੁਸੀਂ ਕਵਰ ਕਰਨਾ ਹੈ ਕਿ ਥੀਮ ਹੈ ਕੀ, ਥੀਮ ਆਫ ਇੰਡੀਅਨਨੈਸ ਹੈ, ਅਤੇ ਉਸ ਤੋਂ ਬਾਅਦ ਕੰਸਰਨਡ ਵਿਦ ਦ ਪਲੇਸ ਆਫ ਮੈਨ ਇਨ ਦਿਸ ਯੂਨੀਵਰਸ ਐਂਡ ਹਿਸ ਪ੍ਰੈਡਿਕਟਮੈਂਟ, ਇਸ ਯੂਨੀਵਰਸ ਦੇ ਵਿੱਚ ਇਨਸਾਨ ਦੀ ਕੀ ਵੈਲਿਊ ਹੈ ਅਤੇ ਉਹਦੀ ਕੀ ਹਾਲਤ ਹੁੰਦੀ ਹੈ ਜੇ ਉਹ ਕੁਛ ਗਲਤ ਕਰਦਾ ਹੈ। ਦੈਨ ਵੂਮਨ ਕਰੈਕਟਰ, ਕਿਹੜੇ ਕਿਹੜੇ ਵੂਮਨ ਕਰੈਕਟਰ ਆਏ ਆ ਬੱਚੇ, ਜੋ ਜੇ ਅਸੀਂ ਦ ਗਾਈਡਸ ਲਈਏ ਤਾਂ ਰਾਜੂਜ਼ ਮਦਰ, ਸੈਕਿੰਡ ਵਨ ਇਜ਼ ਰੋਜ਼ੀ। ਤਾਂ ਰੋਜ਼ੀ ਇੱਕ ਇਸ ਤਰ੍ਹਾਂ ਦਾ ਕਰੈਕਟਰ ਹੈ ਜਿਹਨੇ ਕਿ ਪੂਰੇ ਹੀ ਨੋਵਲ ਮਤਲਬ ਪੂਰਾ ਹੀ ਚੇਂਜ ਕਰ ਦਿੱਤਾ ਰਾਜੂ ਨੂੰ, ਰਾਜੂ ਦੀ ਲਾਈਫ ਨੂੰ, ਠੀਕ ਹੈ। ਤਾਂ ਸੈਕਿੰਡ ਮਦਰ ਆਫ ਰਾਜੂ। ਤਾਂ ਬਾਕੀ ਜੇ ਅਸੀਂ ਬਾਕੀ ਦੇ ਰਾਈਟਿੰਗਸ ਦੇ ਵਿੱਚ ਲਈਏ ਤਾਂ ਦ ਡਾਰਕ ਰੂਮ ਦੇ ਵਿੱਚ ਰਾਮਾਨੀਜ਼ ਸਵਿਤਰੀ, ਦ ਗਾਈਡ ਦੇ ਵਿੱਚ ਰੋਜ਼ੀ, ਠੀਕ ਹੈ। ਇਹ ਸਾਰੇ ਕਰੈਕਟਰ ਤੁਸੀਂ ਇੱਕ ਇੱਕ ਦੋ ਦੋ ਮੈਂਸ਼ਨ ਕਰਨੇ ਆ, ਜ਼ਿਆਦਾ ਨਹੀਂ ਕਰਨੇ, 4 to 5 ਲਾਈਨਸ। ਅਸੀਂ ਜੋ ਨੋਵਲ ਅਸੀਂ ਹੁਣ ਪ੍ਰੈਜ਼ੈਂਟ 'ਚ ਪੜ੍ਹ ਰਹੇ ਹਾਂ ਉਹਨੂੰ ਜ਼ਰੂਰ ਮੇਨ ਰੱਖ ਕੇ ਡਿਸਕਸ ਕਰਨਾ। ਨੈਕਸਟ ਹਾਂਜੀ ਇੰਪੋਰਟੈਂਟ ਹੈ ਵਾਟ ਵਾਜ਼ ਦ ਝਟਕਾ ਪ੍ਰੋਬਲਮ, ਜਿਹੜਾ ਕਿ ਕਦੀ ਨਹੀਂ ਆਇਆ ਪਰ ਇੰਪੋਰਟੈਂਟ ਹੈ। ਰਾਜੂਜ਼ ਫਾਦਰ ਬਿਕੇਮ ਪ੍ਰੋਸਪੀਰੀਅਸ ਆਫਟਰ ਅ ਸ਼ੌਪ ਵਾਜ਼ ਅਲੋਟਡ ਟੂ ਹਿਮ ਔਨ ਦ ਮਾਲਗੁਡੀ ਰੇਲਵੇ ਸਟੇਸ਼ਨ। ਰਾਜੂ ਦੇ ਜੋ ਫਾਦਰ ਹੈ ਬਹੁਤ ਫੇਮਸ ਹੋ ਗਏ ਸੀ ਜਦੋਂ ਉਹਨਾਂ ਨੂੰ ਇੱਕ ਸ਼ੌਪ ਅਲੋਟ ਹੋਈ। ਰਾਜੂ ਦੀ ਜੋ ਫਾਦਰ ਹੈ ਬਹੁਤ ਪ੍ਰੋਸਪੀਰੀਅਸ ਹੋ ਗਏ ਆਫਟਰ ਅ ਸ਼ੌਪ ਵਾਜ਼ ਅਲੋਟਡ ਟੂ ਹਿਮ ਔਨ ਦ ਮਾਲਗੁਡੀ ਰੇਲਵੇ ਸਟੇਸ਼ਨ। ਹੀ ਹੈਡ ਮੈਨੀ ਕਸਟਮਰਸ, ਉਹਨਾਂ ਕੋਲ ਬਹੁਤ ਕਸਟਮਰਸ ਆਉਣ ਲੱਗ ਗਏ ਅਤੇ ਚੰਗੀ ਸੇਲ ਹੋਣ ਲੱਗ ਗਈ। ਤਾਂ ਉਹਨਾਂ ਨੇ ਇੱਕ ਹੀ ਬੋਟ ਅ ਝਟਕਾ, ਅ ਕੈਰੇਜ ਡਰਾਈਵਨ ਬਾਏ ਅ ਹੋਰਸ, ਮਤਲਬ ਇੱਕ ਘੋੜਾ ਗਾੜੀ ਜਿਹਨੂੰ ਅਸੀਂ ਕਹਿ ਸਕਦੇ ਹਾਂ। ਰਾਜੂਜ਼ ਫਾਦਰ ਯੂਜ਼ ਝਟਕਾ ਫॉर ਹਿਜ਼ ਸ਼ੋਪਿੰਗ ਐਕਸਪੀਡੀਸ਼ਨ। ਤਾਂ ਰਾਜੂ ਦੇ ਫਾਦਰ ਸ਼ੋਪਿੰਗ 'ਤੇ ਜਾਣ ਲਈ ਉਹ ਯੂਜ਼ ਕਰਦੇ ਸੀ। ਰਾਜੂਜ਼ ਮਦਰ ਡਿਡ ਨਾਟ ਅਪਰੂਵ ਇਟ, ਪਰ ਰਾਜੂ ਦੀ ਮਦਰ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ। ਸ਼ੀ ਕਾਲਡ ਇਟ ਐਨ ਐਕਸਟਰਾordinary ਵੈਨਿਟੀ, ਉਹ ਕਹਿੰਦੇ ਸੀ ਇੱਕ ਐਕਸਟਰਾordinary ਖਰਚਾ ਹੈ। ਤਾਂ ਰਾਜੂਜ਼ ਮਦਰ ਡਿਡ ਨਾਟ ਅਪਰੂਵ ਇਟ, ਰਾਜੂਜ਼ ਮਦਰ ਕੌਨਸਟੈਂਟਲੀ ਨੈਗਡ ਹਰ ਹਸਬੈਂਡ ਅਬਾਊਟ ਇਟ, ਅਤੇ ਉਹਦੀ ਮਦਰ ਲਗਾਤਾਰ ਆਪਣੇ ਹਸਬੈਂਡ ਨੂੰ ਇਸ ਬਾਰੇ ਮਨਾ ਕਰਦੇ ਰਹਿੰਦੇ ਸੀ ਅਤੇ ਜੋ ਝਿੜਕਦੇ ਰਹਿੰਦੇ ਸੀ। ਦਿਸ ਬਿਕੇਮ ਅ ਪ੍ਰੋਬਲਮ। ਅਲਟੀਮੇਟਲੀ ਰਾਜੂਜ਼ ਫਾਦਰ ਰੀਚਡ ਐਨ ਐਗਰੀਮੈਂਟ ਵਿਦ ਦ ਗਰੂਮ, ਠੀਕ ਹੈ, ਹੂ ਮਾਈਂਡਡ ਦਾ ਹੋਰਸ ਐਂਡ ਦਾ ਕੈਰੇਜ, ਜਿਹੜਾ ਕਿ ਘੋੜੇ ਨੂੰ ਚਲਾ ਰਿਹਾ ਸੀ ਅਤੇ ਸੰਭਾਲਦਾ ਸੀ, ਉਹਨੂੰ ਇਹ ਘੋੜਾ ਵੇਚ ਦਿੱਤਾ। ਕੀ ਕਹਿ ਕੇ so that the later would earn his living by running the jhatka and pay a fixed sum of rupees to Raju's father every evening। the 2 ਰੁਪਏ ਰਾਜੂ ਦੇ ਫਾਦਰ ਨੂੰ ਰੋਜ਼ ਸ਼ਾਮ ਨੂੰ ਦੇ ਕੇ ਜਾਇਆ ਕਰੇਗਾ। this agreement did not work well, ਪਰ ਉਸ ਬੰਦੇ ਨੇ ਸਹੀ ਤਰੀਕੇ ਨਾਲ ਕੰਮ ਹੀ ਨਹੀਂ ਕੀਤਾ। the groom turned out to be cheat, ਉਹ ਕੀ ਹੈ, ਚੀਟਰ ਨਿਕਲਿਆ ਇੱਕ। he said he did not earn much, ਕਿ ਉਹ ਇੰਨਾ ਕਮਾਉਂਦਾ ਹੀ ਨਹੀਂ ਹੈ ਕਿ ਉਹ ਦੇ ਦੇ। ਤਾਂ ਮਤਲਬ ਐਗਰੀਮੈਂਟ ਵਾਜ਼ ਅਨਲਡ ਮਤਲਬ ਕੈਂਸਲ ਹੋ ਗਿਆ। ਐਜ਼ ਸੂਨ ਐਜ਼ ਦ ਗਰੂਮ ਵਾਜ਼ ਰਿਲੀਜ਼ ਫਰੋਮ paying ₹2 per day to Raju's father, he started doing brisk business। ਜਦੋਂ ਹੀ ਉਹਨੇ ਇਸ ਗੱਲ ਤੋਂ ਰਿਲੀਫ ਦੇ ਦਿੱਤਾ ਤਾਂ ਉਹ ਚੰਗਾ ਬਿਜ਼ਨਸ ਕਰਨ ਲੱਗ ਗਿਆ। ਤਾਂ ਮਤਲਬ ਝਟਕਾ ਪ੍ਰੋਬਲਮ ਕੀ ਸੀ ਕਿ ਰਾਜੂ ਦੇ ਫਾਦਰ ਨੇ ਇਨਵੈਸਟ ਕਰਕੇ ਇੱਕ ਝਟਕਾ ਖਰੀਦਿਆ, ਮਤਲਬ ਘੋੜਾ ਗਾੜੀ ਖਰੀਦੀ, ਪਰ ਉਹਨੂੰ ਉਸ ਤੋਂ ਜ਼ਿਆਦਾ ਪ੍ਰੋਫਿਟ ਨਹੀਂ ਹੋਇਆ ਤਾਂ ਉਹਨੂੰ ਉਸ ਦਾ ਲੋਸ ਚੱਲਣਾ ਪਿਆ। ਨੈਕਸਟ ਕੁਐਸਚਨ ਗਫੂਰ, ਰੋਲ ਪਲੇਡ ਬਾਏ ਗਫੂਰ, ਜਾਂ ਗਫੂਰ ਅਤੇ ਰਾਜੂ ਦਾ ਕੀ ਜੋ ਹੈ ਰਿਲੇਸ਼ਨਸ਼ਿਪ ਸੀ। ਗਫੂਰ ਕੌਣ ਹੈ, ਇੱਕ ਟੈਕਸੀ ਡਰਾਈਵਰ ਹੈ। ਹੀ ਇਜ਼ ਸਿੰਸੀਅਰ ਫਰੈਂਡ ਆਫ ਰਾਜੂ, ਤਾਂ ਬਹੁਤ ਹੀ ਕੀਪਸ ਔਨ ਕੁਐਸ਼ਨਿੰਗ ਅਬਾਊਟ, ਮਤਲਬ ਬਹੁਤ ਜਦੋਂ ਅਲਰਟ ਕਰਦਾ ਰਹਿੰਦਾ ਹੈ, ਕੀਪਸ ਔਨ ਅਲਰਟਿੰਗ ਲਿਖ ਸਕਦੇ ਹੋ। ਰਾਜੂ ਅਬਾਊਟ ਗਰੋਇੰਗ ਕਲੋਜ਼ਨੈਸ ਟੂ ਰੋਜ਼ੀ, ਠੀਕ ਹੈ, ਅਲਰਟ ਲਿਖ ਸਕਦੇ ਹੋ ਬੱਚੇ, ਠੀਕ ਹੈ, ਸੌਖਾ ਲਿਖਣਾ ਹੈ। ਤਾਂ
ਇਹ ਹੁੰਦਾ ਬਚਾਉਂਦਾ ਰਹਿੰਦਾ ਉਹਨੂੰ, ਪ੍ਰੀਕੋਸ਼ਨ ਲੈਂਦਾ ਰਹਿੰਦਾ ਵੀ ਹਾਂ ਇਹ ਨਹੀਂ ਕਰਨਾ, ਇਹ ਗਲਤ ਹੈ, ਠੀਕ ਹੈ। ਦੈਨ ਰਾਜੂਜ਼ ਆਂਸਰਸ ਵਰ ਇਵੇਸਿਵ ਔਰ ਹੀ ਕੈਪਟ ਟੂ ਹਿਮਸੈਲਫ, ਇਹ ਨਹੀਂ ਲਿਖਣ ਦੀ ਲੋੜ ਹੈਗੀ, ਸਿੰਪਲ। ਹੀ ਹੈਡ ਸਟॉप्ड ਐਕਸਚੇਂਜਿੰਗ ਪਲੀਜ਼ੈਂਟਰੀਜ਼ ਵਿਦ ਗਫੂਰ, ਮਤਲਬ ਹੁਣ ਰਾਜੂ ਨੇ ਜੋ ਗਫੂਰ ਨਾਲ, ਕਿਉਂਕਿ ਗਫੂਰ ਕਿਸੇ ਟੈਕਸੀ ਡਰਾਈਵਰ ਸੀ, ਜਦੋਂ ਵੀ ਕਿਸੇ ਨਵੇਂ ਟੂਰਿਸਟ ਨੂੰ ਲੈ ਕੇ ਆਉਂਦਾ ਸੀ ਤਾਂ ਗਫੂਰ ਦੀ ਹੈਲਪ ਨਾਲ ਉਹ ਉਹਨਾਂ ਨੂੰ ਰੈਸਟੋਰੈਂਟ ਲੈ ਕੇ ਜਾਣਾ, ਹੋਟਲ ਦੇ ਵਿੱਚ ਰੂਮ ਦਿਵਾਉਣਾ ਜਾਂ ਘੁਮਾਉਣ ਫਿਰਾਉਣ ਲੈ ਕੇ ਜਾਣਾ, ਉਹ ਸਭ ਕੁਛ ਉਹਨੇ ਘੱਟ ਕਰ ਦਿੱਤਾ ਸੀ। ਹੀ ਵਾਂਟ ਰਾਜੂ ਦੈਟ ਹੀ ਵਾਜ਼ ਪਰਸੂਇੰਗ ਅਨਦਰ ਮੈਨਸ ਵਾਈਫ, ਤਾਂ ਉਹਨੇ ਗਫੂਰ ਨੇ ਉਹਨੂੰ ਬਹੁਤ ਜ਼ਿਆਦਾ ਵਾਰਨ ਕੀਤਾ ਕਿ ਤੂੰ ਦੂਸਰੀ ਅਦਰ ਮੈਨਸ ਵਾਈਫ ਦੇ ਨਾਲ ਜੋ ਰਿਲੇਸ਼ਨਸ਼ਿਪ ਰੱਖ ਰਹੇ ਹੈ, ਹੀ ਸ਼ੁੱਡ ਵਾਚ ਹਿਜ਼ ਸਟੈਪਸ, ਤੇ ਉਹ ਆਪਣੇ ਕਦਮਾਂ ਨੂੰ ਰੋਕੇ। ਹੀ ਸਪੋਕ ਟੂ ਹਿਮ ਇਨ ਇਨਿਊਡਨੈਸ, ਨਹੀਂ ਲੋੜ ਹੈ ਲਿਖਣ ਦੀ, ਕੁਛ ਨਹੀਂ ਲਿਖਣ ਦੀ ਲੋੜ ਹੈ, ਈਜ਼ੀ ਕਰਨਾ ਬੱਚੇ। ਦਿਸ ਮੇਡ ਰਾਜੂ ਅਨਕੰਫਰਟੇਬਲ, ਇਸ ਕਰਕੇ ਰਾਜੂ ਬਹੁਤ ਅਨਕੰਫਰਟੇਬਲ ਫੀਲ ਕਰਦਾ ਹੈ। ਦੇਰ ਵਾਜ਼ ਨੋ ਲੋਂਗਰ ਦ ਸੇਮ ਵਾਰਮਥ ਬਿਟਵੀਨ ਦ ਟੂ, ਜੋ ਦੋਨਾਂ ਦੇ ਵਿੱਚ ਪਿਆਰ ਸੀ, ਆਪਸ ਦੇ ਵਿੱਚ ਵਾਰਮਥ ਸੀ ਗਫੂਰ ਤੇ ਰਾਜੂ ਦੇ ਵਿਚਕਾਰ, ਉਹ ਘਟ ਜਾਂਦੀ ਹੈ। ਗਫੂਰ ਵਨਸ ਟੋਲਡ ਹਿਮ, ਗਫੂਰ ਇੱਕ ਵਾਰੀ ਉਸਨੂੰ ਕਹਿੰਦਾ ਹੈ, ਯੂ ਆਰ ਬਿਕਮਿੰਗ ਸਟਕ ਅਪ ਨਾਓ ਡੇਜ਼, ਵੀ ਤੂੰ ਹੁਣ ਬਹੁਤ ਜ਼ਿਆਦਾ ਉਲਝ ਗਿਆ ਹੈ ਰਾਜੂ, ਯੂ ਆਰ ਨॉट द ओल्ड फ्रेंड यू यूज टू बी, तू वो पुराना दोस्त नहीं रहा, ठीक है। टू द पॉइंट 4 to 5 लाइन के विच आंसर देना, ज़्यादा डिटेल नहीं लिखनी बच्चे। नेक्स्ट क्वेश्चन, वॉट वॉज द कंटेंट ऑफ लैक्चर्स गिवन टू द स्टूडेंट्स इन द टैंपल, किस तरीके के जोड़े है कंटेंट पढ़ाता सी राजू। तो राजू के लैक्चर फुल ऑफ क्लिशेस एंड प्लेटीट्यूड्स, क्लिशेस होंगे भी छोटे छोटे गल्लां नाल, छोटे छोटे अखरां दे नाल 3-4 वर्ड्स जोड़ के कुछ स्लोगन बना देना, तो उस तरीके नाल सिखांदा सी। दे वर रैम्बलिंग, मतलब वो बड़े खुश होंदे सी, वो इंजॉय करदे सी उन्हां चीज़ां नूं। दिस गेव अ राजू गेव अ चांस टू राजू टू एयर हिज व्यूज़ ऑन लाइफ, तो मतलब वो अपनी जिंदगी दे लाइफ दे प्रति जो ਉਹਦੇ ਵਿਊ ਸੀਗੇ ਉਹਨੂੰ ਹਵਾ ਦਿੱਤੀ, ਉਹਨੇ ਹਵਾ ਦਿੱਤੀ ਮਤਲਬ ਹੋਰ ਖੁੱਲ੍ਹ ਕੇ ਦੱਸਣ ਲੱਗਿਆ। ਬਸ ਇੱਥੋਂ ਤੱਕ ਲਿਖੋ, ਜ਼ਿਆਦਾ ਲਿਖਣ ਦੀ ਲੋੜ ਨਹੀਂ ਹੈ। ਹੀ ਸਪੋਕ ਟੂ ਦੈਮ ਔਨ ਗੋਡਲੀਨੈਸ, ਪਰਮਾਤਮਾ ਬਾਰੇ, ਸਫਾਈ ਬਾਰੇ, ਰਾਮਾਇਣ ਬਾਰੇ, ਮਹਾਭਾਰਤ ਬਾਰੇ, ਕਰੈਕਟਰਸ ਬਾਰੇ, ਐਪਿਕਸ ਬਾਰੇ, ਇਹ ਲਾਈਨ ਪੂਰੀ ਲਿਖਣੀ ਹੈ ਬੱਚੇ। ਹੀ ਸਪੋਕ ਟੂ ਦੈਮ ਔਨ ਗੋਡਲੀਨੈਸ, ਪਰਮਾਤਮਾ ਬਾਰੇ, ਸਫਾਈ ਬਾਰੇ, ਰਾਮਾਇਣ ਬਾਰੇ, ਮਹਾਭਾਰਤ ਬਾਰੇ ਖੁੱਲ੍ਹ ਕੇ ਦੱਸਦਾ ਸੀ। ਹੀ ਐਡਰੈਸ ਦੈਮ ਔਨ ਆਲ ਕਾਈਂਡਸ ਆਫ ਥਿੰਗ, ਉਹ हर चीज़ बारे उन्होंने गल करता सी। ही वॉज हिपनोटाइज्ड बाय हिज ओन वॉइस, वो अपनी आवाज़ तो आप ही जोड़ा है चकाचौंध हो जाता सी। हिपनोटाइज होंगे किसी को अपने वश कर लेना। ही फैल्ट हिमसैल्फ ग्रोइंग इन स्टैचर, उन्होंने लग रहा है कि वह आप दा जोड़ा है परसनैलिटी चेंज हो रही है। ही सॉ द अपटर्नड फेसिस ऑफ द चिल्ड्रन शाइनिंग इन द हाफ लाइट वैन ही स्पोक, जो वो बोलता सी तो देख सकता सी कि बच्चे किन्ने खुश होंगे हैं। नो वन वॉज सो इंप्रैसड विद द ग्रैंडर ऑफ हिज वॉइस दैन राजू हिमसैल्फ, वो अपनी आवाज़ तो आप ही बहुत ज़्यादा खुश होंदा सी। तो बच्चे बाकी दे करांगे नैक्सट वीडियो दे विच, क्योंकि वीडियो बहुत लंबी हो रही है। थैंक यू, गॉड ब्लैस यू। जे तुहानूं समझ आ रहे शॉर्ट नोट्स तो प्लीज़ टेल मी इन द कमेंट बॉक्स। थोड़ा सिंगल कमेंट मैनूं बहुत मोटिवेट करता है अगे वधन दे लई। प्लीज़ शेयर द वीडियो टू द नीडी स्टूडेंट्स। थैंक यू।